ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਕੌਮ ਦੇ ਹਵਾਲੇ ਨਾਲ ਕਿ ਸਿੱਖ ਕੌਮ ਲਈ ਜਿਹੜੀ ਬੜੀ ਹੀ ਖੁਸ਼ੀ ਦੀ ਖਬਰ ਹੈ ਜਿਹੜੀ ਪਾਕਿਸਤਾਨ ਦੀ ਸਰਕਾਰ ਦੇ ਹਵਾਲੇ ਨਾਲ ਔਰ ਨਿਰਾਸ਼ਤਾ ਵਾਲੀ ਜਿਹੜੀ ਖਬਰ ਹੈ ਭਾਰਤ ਸਰਕਾਰ ਦੇ ਹਵਾਲੇ ਨਾਲ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਜਿਹੜਾ ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਹੈ। ਪਰ ਭਾਰਤ ਸਰਕਾਰ ਨੇ ਕੋਵਿਡ-19 ਦੇ ਬਹਾਨੇ ਨਾਲ ਸਿੱਖ ਯਾਤਰੂਆਂ ਨੂੰ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਿਹੜੀ ਇਜਾਜ਼ਤ ਹੈ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 2019 ਔਰ 2020 ਦੇ ਸਾਲ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਵੀ ਜਿੱਥੇ ਅਸੀਂ ਇਨਸਾਨੀਅਤ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਬਿਲਕੁਲ ਖਾਸ ਤੌਰ ਤੇ 2020 ਕੋਵਿਡ-19 ਦੀ ਮਾਰ ਥੱਲੇ ਸਾਰੀ ਜਿਹੜੀ ਹੈ ਗਲੋਬਲ ਕਮਿਊਨਿਟੀ ਆਈ ਔਰ ਕਿਵੇਂ ਹਰ ਚੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਲੱਖਾਂ ਮੌਤਾਂ ਨੇ ਔਰ ਸਾਰਾ ਕੁਝ ਹੀ ਤਹਿਸ ਨਹਿਸ ਹੋ ਗਿਆ। ਸਿੱਖ ਕੌਮ ਦੇ ਲਈ 2019 ਅਹਿਮੀਅਤ ਵਾਲਾ ਵਰ੍ਹਾ ਸੀ। 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤਾਂ ਹੈ ਹੀ ਸੀ, ਪਰ ਇੱਕ ਬਹੁਤ ਹੀ ਖੁਸ਼ਨਸੀਬੀ ਸੀ ਕਿ ਲਗਭਗ 70 ਸਾਲ ਤੋਂ ਜ਼ਿਆਦਾ ਦੀ ਅਰਦਾਸ ਦੁਆ ਰੱਬ ਦੀ ਦਰਗਾਹ 'ਚ ਕਬੂਲ ਹੋਈ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਔਰ ਕਰਤਾਰਪੁਰ ਸਾਹਿਬ ਦਾ ਦੀਵਾਨ ਹਾਲ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਪਾਕਿਸਤਾਨ ਦੀ ਹਕੂਮਤ ਨੇ ਜੋ ਇਕਰਾਰ 2018 ਦੇ ਵਿੱਚ ਕੀਤਾ, 10 ਮਹੀਨੇ ਦੇ ਰਿਕਾਰਡ ਟਾਈਮ 'ਚ ਬਣਾ ਕੇ ਸਿੱਖ ਕੌਮ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਸ ਦਾ ਉਦਘਾਟਨ ਕੀਤਾ। ਹੁਣ ਜ਼ਾਹਿਰ ਹੈ ਵੀ ਈਵਨ ਇਹਨੂੰ ਰੋਕਣ ਲਈ ਕਿੰਨੀਆਂ ਰੁਕਾਵਟਾਂ ਰਹੀਆਂ ਔਰ ਸਭ ਤੋਂ ਵੱਡੀ ਰੁਕਾਵਟ ਅਦਰ ਦੈਨ ਕਦੇ ਟੈਕਨੀਕੈਲਿਟੀ ਉਹ ਸੀ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਰੁਤਬਾ ਖਤਮ ਕਰ ਦਿੱਤਾ ਗਿਆ, ਸਪੈਸ਼ਲ ਸਟੇਟਸ ਵੀ ਸੂਬਾ ਵੀ ਖਤਮ ਕਰ ਦਿੱਤਾ ਗਿਆ ਔਰ ਉਹ ਸਮਝਦੇ ਸੀ ਕਿ ਇਨ ਰੀਟੈਲੀਏਸ਼ਨ ਪਾਕਿਸਤਾਨ ਨੇ ਜਿੱਥੇ ਬਾਕੀ ਲਿਆ ਉਹਨਾਂ ਨੇ ਡਿਪਲੋਮੈਟਿਕ ਸਬੰਧ ਸਟੈਪ ਡਾਊਨ ਕਰ ਲਏ ਜਾਂ ਦੂਜੇ ਕਿ ਬਈ ਇਹ ਕਰਤਾਰਪੁਰ ਦਾ ਕੰਮ ਰੋਕ ਦੇਣਗੇ ਔਰ ਉਹਨਾਂ ਦੀ ਟਾਈਮਿੰਗ ਸ਼ਾਇਦ ਇਸ ਦੇ ਨਾਲ ਵੀ ਟੈਲੀ ਕਰਕੇ ਉਹਨਾਂ ਨੇ ਕੀਤੀ। ਲੇਕਿਨ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਉਹਨਾਂ ਦੇ ਪਾਲਿਸੀ ਮੇਕਰਸ ਨੇ ਇਹਦੀ ਅਹਿਮੀਅਤ ਨੂੰ ਵੀ ਸਮਝਿਆ, ਸਿੱਖ ਕੌਮ ਦੇ ਜਜ਼ਬਾਤਾਂ ਨੂੰ ਵੀ ਸਮਝਿਆ ਔਰ ਇਸ ਦੇ ਬਾਵਜੂਦ ਕਿ ਇੰਨੀ ਵੱਡਾ ਜਿਹੜੀ ਹੈ ਉਹ ਗੁਨਾਹ ਭਾਰਤ ਸਰਕਾਰ ਨੇ ਕਸ਼ਮੀਰ ਦੇ ਹਵਾਲੇ ਨਾਲ ਕੀਤਾ ਪਰ ਪਾਕਿਸਤਾਨ ਸਰਕਾਰ ਨੇ ਗੋ ਹੈਡ ਕੀਤਾ, ਕੰਸਟਰਕਸ਼ਨ ਚੱਲਦੀ ਰਹੀ ਔਰ ਅਲਟੀਮੇਟਲੀ 9 ਨਵੰਬਰ 2019 ਨੂੰ ਜਿਹੜਾ ਉਹ ਕਰਤਾਰਪੁਰ ਸਾਹਿਬ ਦਾ ਉਦਘਾਟਨ ਲਾਂਘੇ ਦਾ ਵੀ ਔਰ ਇਮਰਾਨ ਖਾਨ ਸਾਹਿਬ ਨੇ ਕੀਤਾ। ਬਹੁਤ ਵੱਡਾ ਜਿਹੜਾ ਉੱਥੇ ਫੰਕਸ਼ਨ ਹੋਇਆ। ਹੁਣ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਬੇਸ਼ੱਕ ਇਹ ਸਮਝੌਤੇ ਤਹਿਤ ਸੀ ਕਿ ਵੀ ਜਿਹੜਾ ਵੀਜ਼ੇ ਦੀ ਲੋੜ ਨਹੀਂ ਹੈ ਪਰ ਪਾਸਪੋਰਟ ਡਬਲ ਐਂਟਰੀਆਂ ਔਰ ਪੁਲਿਸ ਵੈਰੀਫਿਕੇਸ਼ਨ CID ਫਲਾਣਾ ਜਾਣ ਵਾਲਿਆਂ ਨੂੰ ਫਿਰ ਹਰਾਸਮੈਂਟ ਹੋ ਰਹੀ ਔਰ ਫਰਵਰੀ ਮਾਰਚ ਤੱਕ ਪਹੁੰਚਦੇ ਆ ਕੋਵਿਡ-19 ਆ ਗਿਆ। ਉਹ ਬਹਾਨਾ ਲੱਭ ਰਹੇ ਸੀ, ਉਹਨਾਂ ਦੀਆਂ ਖੁਦ ਰਿਪੋਰਟਾਂ ਨੇ ਕਿਹਾ ਕਿ ਜੀ ਸਾਨੂੰ ਬਹਾਨਾ ਚਾਹੀਦਾ ਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਇਹਨੂੰ ਪੂਰੀ ਤਰ੍ਹਾਂ ਕੋਵਿਡ-19 ਹਾਲ ਦੀ ਡੇਟ 'ਚ ਰਿਲੈਪਸ ਹੋਏ ਪਤਾ ਨਹੀਂ ਹੈ ਪਰ ਤਾਰੀਫ ਕੀਤੀ ਹੈ ਪਾਕਿਸਤਾਨ ਦੀ ਦੁਨੀਆ ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਕਿ ਉਹਨਾਂ ਨੇ ਕੰਟਰੋਲ ਕਰ ਲਏ। ਸੋ ਉਹਨਾਂ ਨੇ ਸਿੱਖ ਸੈਂਟੀਮੈਂਟਸ ਦਾ ਖਿਆਲ ਰੱਖਦੇ ਆ ਬੇਸ਼ੱਕ ਆਫਰ ਤਾਂ ਉਹਨਾਂ ਨੇ 29 ਜੂਨ ਨੂੰ ਹੀ ਕੀਤਾ ਸੀ ਲੇਕਿਨ ਫਿਰ ਜਿਹੜੀਆਂ ਪ੍ਰੋਸੀਜਰਸ ਦੂਜੇ ਤੀਜੇ ਉਹਨਾਂ ਦੀ ਰਿਲੀਜੀਅਸ ਅਫੇਅਰਸ ਮਿਨਿਸਟਰੀ ਨੇ ਪ੍ਰੋਪਰਲੀ ਉਹਨੂੰ ਨੋਟੀਫਾਈ ਕਰਕੇ ਕਿਹਾ ਕਿ ਜੀ ਅਸੀਂ ਤਿਆਰ ਹੈ ਔਰ ਤੁਸੀਂ ਯਾਤਰੂ ਭੇਜੋ ਔਰ ਇਸ ਗੱਲ ਨੂੰ ਜਦੋਂ ਇਹ ਮੀਡੀਆ 'ਚ ਵੀ ਆਈ ਤਾਂ ਭਾਰਤੀ ਏਜੰਸੀਆਂ ਨੇ ਫੌਰਨ ਇਸ ਦੇ ਉੱਤੇ ਗਵਰਨਮੈਂਟ ਨੇ ਕਿਹਾ ਨਹੀਂ ਅਸੀਂ ਅਜੇ ਕੋਵਿਡ-19 ਪੈਂਡੇਮਿਕ ਦਾ ਬੜਾ ਜ਼ੋਰ ਹੈ ਐਂਡ ਡਿਊ ਟੂ ਸਮ ਅਦਰ ਟੈਕਨੀਕਲ ਰੀਜ਼ਨਸ। ਹੁਣ ਟੈਕਨੀਕਲ ਕੀ ਹੈ? ਜ਼ਾਹਿਰ ਹੈ ਵੀ ਉਹਨਾਂ ਨੇ ਉਹ ਬੰਦ ਕਰਨ ਦਾ ਬਹਾਨਾ ਇਸਤੇਮਾਲ ਕਰਕੇ ਉਸ ਨੂੰ ਉਹਨਾਂ ਨੇ ਰੋਕ ਲਿਆ ਔਰ ਮੈਂ ਇਹ ਦੇਖ ਰਿਹਾ ਕਿ ਵੀ ਕਿਸ ਹੱਦ ਤੱਕ ਜਾ ਕੇ ਇਹ ਸਿੱਖਾਂ ਨੂੰ ਇਹ ਨਹੀਂ ਹੈ ਵੀ ਸਿਆਸੀ ਜਾਂ ਕਿਸਾਨਾਂ ਦੇ ਮੁੱਦੇ ਦੀ ਵੀ ਅਸੀਂ ਗੱਲ ਕੀਤੀ ਪਰ ਇਹ ਕਿਸ ਹੱਦ ਤੱਕ ਜਾ ਰਹੇ ਨੇ ਸਿੱਖਾਂ ਨੂੰ ਤਕਲੀਫ ਲਫ਼ਜ਼ ਛੋਟਾ ਹੈ ਗੁਲਾਮ ਜਿਹੜਾ ਗੁਲਾਮੀ ਦਾ ਅਹਿਸਾਸ ਦਿਵਾਉਣ ਦੇ ਲਈ ਔਰ ਇਸ ਦੇ ਉਲਟ ਹਾਲਾਂ ਮੈਂ ਕੋਈ ਬਹੁਤ ਐਕਟਿਵਲੀ ਆਪਣਾ ਉਹਦੇ 'ਚ ਇਨਵੋਲਵ ਨਹੀਂ ਹੁੰਦਾ। ਜਿਵੇਂ ਕਰਤਾਰਪੁਰ ਸਾਹਿਬ ਕਾਂਗਰਸ ਦੇ ਥੱਲੇ ਇੱਕ ਗਰੁੱਪ ਗਵਰਨਰ ਪੰਜਾਬ ਮੁਹੰਮਦ ਸਰਵਰ ਹੋਰਾਂ ਨੇ ਬਣਾਇਆ ਜਿਹਦੇ 'ਚ ਦੁਨੀਆ ਭਰ 'ਚੋਂ ਜਿਹੜੇ ਸਿੱਖ ਨੁਮਾਇੰਦੇ MP ਦੂਸਰੇ ਤੀਸਰੇ ਹੋਰ ਵੀ ਨੇ ਔਰ ਉਹਨਾਂ 'ਚ ਮੈਂ ਦੇਖ ਰਿਹਾ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਕਿ ਵੀ ਉਹਨਾਂ ਨੇ
ਜਿੱਥੇ ਇਹਦੇ 'ਚ ਵੀ ਕਰਤਾਰਪੁਰ ਸਾਹਿਬ ਖੋਲ੍ਹਣ ਦਾ ਪ੍ਰੋਪਰ ਐਲਾਨ ਜਿਹੜੀ ਰਿਲੀਜੀਅਸ ਮਿਨਿਸਟਰੀ ਨੇ ਕੀਤਾ ਪਾਕਿਸਤਾਨ 'ਚ, ਇਸ ਗਰੁੱਪ ਦਾ ਰੋਲ ਸੀ। ਮੈਂ ਇਸ ਗੱਲ ਨੂੰ ਪ੍ਰਪੋਜ਼ ਕੀਤਾ ਸੀ ਲਾਸਟ ਵੇੜੇ ਕਿ ਭਾਈ ਇਹ ਕਰੋ, ਲੇਕਿਨ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨੂੰ ਲੈ ਕੇ ਕਿਵੇਂ ਪ੍ਰੋਗਰੈਸ ਹੋਈ, ਵਾਈਸ ਚਾਂਸਲਰ ਲਾਇਆ ਗਿਆ, ਫੰਡਿੰਗ ਪੰਜਾਬ ਦੀ ਪ੍ਰੋਵਿੰਸ਼ੀਅਲ ਅਸੈਂਬਲੀ ਨੇ ਉਹਨੂੰ ਪਾਸ ਕੀਤਾ, ਉਹਦੇ 'ਚ ਫਰਦਰ ਜਿਹੜੀ ਹੈ ਪੇਸ਼ਕਦਮੀ ਹੋ ਰਹੀ ਹੈ, ਉਹਦਾ ਚਾਰਟਰ ਲਿਖਿਆ, ਆਨੰਦ ਮੈਰਿਜ ਐਕਟ ਫੈਡਰਲ ਲੈਵਲ ਤੇ ਕਰਾਉਣ ਦੇ ਲਈ ਪ੍ਰੋਗਰੈਸ। ਔਰ ਪਿਛਲੇ ਹਫਤੇ ਉਸ ਗਰੁੱਪ 'ਚ ਗਵਰਨਰ ਪੰਜਾਬ ਦੇ ਨੁਮਾਇੰਦੇ ਵੱਲੋਂ ਅਨਾਉਂਸ ਕੀਤਾ ਗਿਆ ਕਿ ਜਿੰਨੀ ਪੰਜਾਬ ਦੀ ਇਤਿਹਾਸਕ ਰਹਿੰਦੇ ਪੰਜਾਬ ਜਾਂ ਪਾਕਿਸਤਾਨ 'ਚ ਗੁਰਦੁਆਰੇ ਨੇ ਔਰ ਹਿਸਟੋਰੀਕਲ ਅਹਿਮੀਅਤ ਦੀਆਂ ਸਾਰੀਆਂ ਚੀਜ਼ਾਂ ਨੇ, ਉਹਨਾਂ ਨੂੰ ਡਿਜੀਟਲਾਈਜ਼ ਕੀਤਾ ਜਾਏਗਾ। ਔਰ ਇਹ ਬਹੁਤ ਮੋਸਟ ਵੈਲਕਮਿੰਗ ਹੈ। ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਇੰਸਟਰੂਮੈਂਟਲ ਨੇ ਇਹਨਾਂ ਸਾਰੀਆਂ ਚੇਂਜਸ ਦੇ ਲਈ, ਉਹਨਾਂ ਦੇ ਨਾਲ ਗੱਲਬਾਤ ਕਰੀਏ। ਉਹਨਾਂ ਦੀ ਅਵੇਲੇਬਿਲਟੀ ਨਹੀਂ ਸੀ ਗੁਫ਼ਤਗੂ ਪ੍ਰੋਗਰਾਮ ਦੇ ਹਵਾਲੇ ਨਾਲ। ਔਰ ਅਸੀਂ ਇਹ ਵੀ ਦੱਸ ਦਈਏ ਕਿ ਗੁਫ਼ਤਗੂ ਪ੍ਰੋਗਰਾਮ ਜਿਹਨੂੰ ਅਮਰਵੀਰ ਸਿੰਘ ਕੰਡਕਟ ਕਰਦੇ ਨੇ ਉਹਨੂੰ ਜ਼ਰੂਰ ਦੇਖੋ। ਔਰ ਹੁਣ ਉਹਦੇ 'ਚ ਲਾਈਵ ਕਾਲ ਇਨ ਜਿਹੜਾ ਕਰਨ ਦਾ ਸਿਲਸਿਲਾ ਵੀ ਹੈ ਔਰ ਉਹਨੂੰ ਕਾਫੀ ਅੱਛਾ ਰਿਸਪੌਂਸ ਵੀ ਹੈ। ਔਰ ਅਸੀਂ ਪ੍ਰੋਪਰ ਇਹਦੀ ਅਨਾਉਂਸਮੈਂਟ ਵੀ ਤੁਸੀਂ ਵੀ ਕਰਿਆ ਕਰਨਾ। ਸੋ ਇੱਕ ਪਾਸੇ ਤਾਂ ਪਾਕਿਸਤਾਨ ਦੇ ਵਿੱਚ ਇਸ ਹੱਦ ਤੱਕ not going an extra mile, going a million mile ਸਿੱਖਾਂ ਨੂੰ ਉਹਨਾਂ ਦੀਆਂ ਰਿਲੀਜੀਅਸ ਐਸਪੀਰੇਸ਼ਨਸ ਨੂੰ ਐਕਮੋਡੇਟ ਕਰਨ ਦੀ ਲਾਈਨ ਹੈ। ਲੇਕਿਨ ਦੂਸਰੇ ਪਾਸੇ ਜਿਨ੍ਹਾਂ ਦੇ ਨਾਲ ਸਾਡੀ ਅਹਿਮਕ ਲੀਡਰਸ਼ਿਪ ਨੇ ਕਿਸਮਤ ਜੋੜੀ ਔਰ ਇਸ ਸਭ ਦੇ ਬਾਵਜੂਦ ਕਿ ਅੱਜ ਵੀ ਉਹਨਾਂ ਦੇ ਟੁੱਕੜ ਬੋਚ ਜਿਹੜੇ ਨੇ ਉਹ ਜਦੋਂ ਮਰਜ਼ੀ ਖੜੇ ਕਰਕੇ ਉੱਥੇ ਪਾਕਿਸਤਾਨ ਨੂੰ ਗਾਲਾਂ ਕਢਵਾ ਦੇਣ, ਡਾਇਸਪੋਰਾ ਸਿੱਖਾਂ ਨੂੰ ਕਢਵਾ ਦੇਣ, ਹੋਰ ਕੋਈ ਹੋਰ ਕਰਨ, ਲੇਕਿਨ ਉਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪ੍ਰਵੇਲ ਹੀ ਨਹੀਂ ਕਰ ਪਾ ਰਹੇ ਹਕੂਮਤ ਦੇ ਉੱਤੇ ਕਿ ਭਾਈ ਇਹ ਸਾਡਾ ਧਾਰਮਿਕ ਮੁੱਦਾ ਹੈ। ਈਵਨ ਹੁਣ ਮੱਕਾ ਸ਼ਰੀਫ ਸਾਊਦੀ ਅਰੇਬੀਆ 'ਚ ਵੀ ਜ਼ੋਰ ਸੀ, ਉਹਨਾਂ ਨੇ ਉਮਰਾ ਦੇ ਲਈ ਖੋਲ੍ਹ ਦਿੱਤਾ ਹੈ। ਕੱਲ੍ਹ ਤੋਂ 6000 ਦੇ ਕਰੀਬ ਉਹਨਾਂ ਦੇ ਪਹਿਲੇ ਜਿਹੜੇ ਕਰਨ ਵਾਲੇ ਨੇ ਉਹ ਗਏ ਅੰਦਰ। ਪੂਰੀਆਂ ਪ੍ਰੀਕਾਸ਼ਨਸ ਨੇ, ਹੋਣੀਆਂ ਵੀ ਚਾਹੀਦੀਆਂ ਨੇ ਵੀ ਇੱਥੇ ਵੀ ਵਿਦ ਪ੍ਰੀਕਾਸ਼ਨ ਤੁਹਾਡੇ ਜਗਨਨਾਥ ਮੰਦਿਰ ਦਾ ਰੱਥ ਜਾ ਸਕਦਾ ਹੈ, ਤੁਸੀਂ ਬਾਕੀ ਹੋਰ ਸਾਰੇ ਮੰਦਿਰ ਖੋਲ੍ਹ ਸਕਦੇ ਹੋ। ਔਰ ਇਹਦੇ ਲਈ ਜਿੱਥੇ ਹੋਣਾ ਹੈ ਉਹ ਸੇਫ ਹੈ, ਉਹਨਾਂ ਨੂੰ ਕੋਈ ਨਹੀਂ ਹੈ ਤੇ ਤੁਹਾਨੂੰ ਕੀ ਤਕਲੀਫ ਹੈ। ਸੋ ਮੈਂ ਸਮਝਦਾ ਵੀ ਇਹ ਹੁਣ ਸਿੱਖ ਕੌਮ ਦੇ ਲੈਵਲ ਤੋਂ ਖਾਸ ਤੌਰ ਤੇ ਜਿਹੜੇ ਉੱਥੇ ਬੈਠੇ ਹੋਏ ਨੇ ਕੈਪਟਿਵ, ਉਹਨਾਂ ਦਾ ਪ੍ਰੈਸ਼ਰ ਬਿਲਟ ਹੋਣਾ ਚਾਹੀਦਾ। ਔਰ ਇਹ ਬਦਕਿਸਮਤੀ ਹੈ ਕਿ ਇਹਦੇ ਬਾਵਜੂਦ ਕਿ ਸਾਡੇ ਇਹ ਕਰਤਾਰਪੁਰ ਦੇ ਦਰ ਖੁੱਲੇ ਨੇ, ਸਾਡੇ ਉੱਥੋਂ ਵਾਲੇ ਵੀਰ ਭੈਣਾਂ ਜਿਹੜੇ ਨੇ ਉਹਦਾ ਦੀਦਾਰ ਨਹੀਂ ਕਰ ਪਾਉਂਦੇ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ, 2 ਸ਼ਲੋਕ ਉਹਨਾਂ ਦੇ ਮੈਂ ਅੱਜ ਵਿਚਾਰ ਦੇ ਲਈ ਚੁਣੇ ਨੇ, 34 ਔਰ 35 ਨੰਬਰ। ਔਰ ਦੋਨਾਂ ਦਾ ਜਿਹੜਾ, ਕਿਉਂਕਿ ਦੇਖੋ ਜਿਹੜੇ ਰੱਬ ਦੇ ਰਸਤੇ ਦੇ ਉੱਤੇ ਤੁਰ ਕੇ ਪੁੱਗੇ ਹੋਏ ਨੇ, ਜਦੋਂ ਕਲਾਮ ਕਹਿੰਦੇ ਨੇ, ਬਾਣੀ ਕਹਿੰਦੇ ਨੇ ਜਾਂ ਉਹ ਉਪਦੇਸ਼ ਕਰਦੇ ਨੇ ਤੇ ਉਹਨਾਂ ਨੇ ਉਹ ਸਫ਼ਰ ਖੁਦ ਜਿਹੜਾ ਉਹ ਉਸ ਚੋਂ ਲੰਘੇ ਹੁੰਦੇ ਨੇ ਔਰ ਉਹ ਸਮਝਾ ਰਹੇ ਹੁੰਦੇ ਨੇ ਕਿ ਵੀ ਦੇਖੋ ਬਾਹਰਲੀ ਖੂਬਸੂਰਤੀ, ਬਾਹਰਲੇ ਬੜੇ ਚਮਕਦਾਰ ਤੁਹਾਡੇ ਕੱਪੜੇ, ਤੁਹਾਡਾ ਖਾਣ ਪਾਣ, ਵਿਹਾਰ, ਇਹ ਰੱਬ ਦੀ ਦੁਨੀਆ 'ਚ ਇਸ ਦੀ ਕੋਈ ਕੀਮਤ ਨਹੀਂ ਹੈ। ਇਹਦੇ 'ਚ ਤੁਸੀਂ ਜ਼ਿੰਦਗੀ ਜ਼ਾਇਆ ਨਾ ਕਰੋ। ਚੰਗੇ ਲੱਗਣਾ ਚੰਗੀ ਗੱਲ ਹੈ, ਚੰਗਾ ਖਾਣਾ ਚੰਗੇ, ਪਰ ਤੁਹਾਡਾ ਜਿਹੜਾ ਬੇਸ ਜਾਂ ਆਧਾਰ ਹੈ ਉਹ ਰੱਬ ਦੀ ਯਾਦ ਹੋਏ। ਔਰ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਹੈ, ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਹੇ एकस हर के नाम बिन बादे जमपुर जाहे। सो ਜ਼ਾਹਰ है बड़े सादा लफज ने और कि भाई तू कपड़े बहुत शौक पाए हुए ने, बड़े उजले, बड़े कीमती और बड़े शोई, और पान सुपारी खाहे ਜਿਹੜੇ ਉਸ ਕਲਚਰ ਦੇ ਵਿੱਚ ਕਿ ਮੂੰਹ ਚੋਂ ਖੁਸ਼ਬੂ ਆਏ, ਪਾਨ ਚੱਬ ਰਹੇ ਨੇ, ਸੁਪਾਰੀ ਹੈ, ਅਮੀਰੀ ਦੀ ਨਿਸ਼ਾਨੀ ਵੀ ਸੀ ਔਰ ਸੋਸ਼ਲ ਸਟੇਟਸ ਦੀ ਨਿਸ਼ਾਨੀ ਵੀ ਸੀ। ਔਰ ਜ਼ਾਹਰ ਹੈ ਕਿ ਭਾਈ ਕੱਪੜੇ ਵੀ ਉਜਲ ਨੇ, ਉੱਤੇ ਜਿਹੜਾ ਖੁਸ਼ਬੂਆਂ ਵੀ ਲਾਈਆਂ ਹੁੰਦੀਆਂ, ਅੱਡ ਅੱਡ ਸੈਂਟ। ਔਰ ਕਬੀਰ ਸਾਹਿਬ ਕਹਿੰਦੇ ਨੇ ਭਾਈ ਤੂੰ ਬਹੁਤ ਸਾਫ਼ ਉਜਲੇ ਸ਼ੌਕ ਕੱਪੜੇ ਪਾਏ ਹੋਏ ਨੇ, ਪਾਨ ਸੁਪਾਰੀ ਵੀ ਖਾਂਦਾ ਹੈ, ਪਰ ਇੱਕ ਗੱਲ ਯਾਦ ਰੱਖ, एकस हर के नाम बिन बाधे जमपुर जाए, कि जो तेरा लेखा जोखा होना है, तेरी आखरत होनी है, उदों तेरे कपड़े ते तेरियां पान सुपारियां ने तेरा बेड़ा पार नहीं करना है।
ਉੱਥੇ ਫਿਰ ਉਹਨਾਂ ਨੇ ਦੋਜ਼ਖ ਦੀ ਅੱਗ ਦੇ ਵਿੱਚ ਤੈਨੂੰ ਸੜਨਾ ਪੈਣਾ, ਜੰਮਪੁਰ ਜਾਹੇ ਕਿ ਵੀ ਫਿਰ ਜਮਾ ਨੇ ਜਿਹੜੇ ਐਂਜਲਸ ਆਫ ਡੈਥ ਨੇ ਉਹਨਾਂ ਨੇ ਧੂ ਕੇ ਲੈ ਜਾਣਾ। ਔਰ ਦੂਸਰਾ ਸ਼ਲੋਕ ਇਸੇ ਹੀ ਥਾਟ ਨੂੰ ਅੱਗੋਂ ਪਰਪੈਚੁਏਟ ਕਰਦਾ ਹੈ, ਕਬੀਰ ਬੇੜਾ ਜ਼ਰਜ਼ਰਾ ਫੂਟੇ 6000 ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਪਾਰ। ਹੁਣ ਬਹੁਤ ਵਾਰ ਇਹ ਹੁੰਦਾ ਸੀ, ਹੁਣ ਤਾਂ ਖੈਰ ਸੜਕਾਂ ਬਿਹਤਰ ਹੋ ਗਈਆਂ। ਹੁਣ ਜਦੋਂ ਤੁਸੀਂ ਕਦੇ ਤੁਹਾਡੀਆਂ ਬੱਸਾਂ ਜਿਹੜੀਆਂ ਚੰਡੀਗੜ੍ਹ ਨੂੰ ਆ ਰਹੀ ਹੈ, ਪਹਾੜਾਂ ਚੋਂ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਲੰਘਣੀਆਂ, ਤੇ ਚੋ ਹੁੰਦੇ ਨੇ, ਚੋ ਵੱਡੇ ਵੱਡੇ ਨਾਲੇ ਬਰਸਾਤਾਂ 'ਚ ਬਹੁਤ ਚੜ ਜਾਂਦੇ ਸੀ। ਤੇ ਉਹਦੇ 'ਚ ਹੁੰਦਾ ਸੀ ਕਿ ਵੀ ਜਿਹੜਾ ਹੁਣ ਜਾਣਾ ਤੁਸੀਂ ਪਹੁੰਚਣਾ ਤੇ ਬੱਸਾਂ 'ਚੋਂ ਬੱਸ ਇੱਕ ਸਿਰੇ ਤੇ ਖੜੀ ਕਰ ਦਿੰਦੇ ਸੀ, ਫਿਰ ਨਾਲੇ ਦੇ ਲਿਜਾ ਕੇ ਉੱਤੋਂ ਆਏ ਟਰੈਵਲ ਕਰਕੇ ਅੱਗੇ ਚੋ ਪੈ ਰਿਹਾ ਤੇ ਫਿਰ ਤੁਸੀਂ ਪੈਂਟਾਂ ਲਾ ਕੇ ਮੋਢਿਆਂ ਤੇ ਰੱਖ ਲਈਆਂ, ਤੁਹਾਨੂੰ ਲੰਘਣਾ ਪੈਂਦਾ ਸੀ। ਤੇ ਹੌਲੀ ਹੌਲੀ ਬੱਸ ਜਿਹੜੀ ਆ ਉਹਦੇ 'ਚੋਂ ਲੰਘਾਉਂਦੇ ਸੀ, ਕਈ ਵਾਰੀ ਤਾਂ ਬੱਸ ਵੀ ਖਲੋ ਜਾਂਦੀ ਸੀ ਵਿੱਚ ਪਾਣੀ ਦੇ ਜਾ ਕੇ, ਰੁਕ ਗਈ, ਸਟਾਰਟ ਹੀ ਨਹੀਂ ਹੋ ਰਹੀ, ਫਿਰ ਤੁਸੀਂ ਉੱਥੇ ਬੈਠੇ ਹੋ, ਰਾਤ ਗੁਜ਼ਰ ਗਈ, ਦੂਜਾ ਹੋਇਆ। ਪਰ ਇੱਕ ਗੱਲ ਦਾ ਧਿਆਨ ਹੁੰਦਾ ਸੀ ਜਦੋਂ ਤੁਸੀਂ ਬਰਸਾਤਾਂ 'ਚ ਟਰੈਵਲ ਕਰਦੇ ਹੋ ਕਿ ਸਮਾਨ ਬਿਲਕੁਲ ਨਾ ਲਓ, ਬਿਲਕੁਲ ਹਲਕਾ, ਤਾਂ ਕਿ ਜਦੋਂ ਤੁਹਾਨੂੰ ਉਹ ਚੋ ਵੀ ਤੁਸੀਂ ਕ੍ਰਾਸ ਕਰਨਾ ਤੇ ਹਲਕਾ ਜਿਹਾ ਹੀ ਤੁਹਾਡੇ ਕੋਲ ਝੋਲਾ ਹੋਵੇ, ਦੂਜੇ ਪਾਸੇ ਪਹੁੰਚ ਜਾਓ। ਹੁਣ ਕਬੀਰ ਸਾਹਿਬ ਨੇ ਹਿਊਮਨ ਬੀਇੰਗ, ਹਿਊਮਨ ਬਾਡੀ ਦੀ ਗੱਲ ਕੀਤੀ ਕਿ ਕਿਵੇਂ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਆ, ਜਿਵੇਂ ਬੇੜਾ ਜਿਹੜਾ ਪੁਰਾਣਾ ਬੇੜਾ ਹੁੰਦਾ ਹੈ, ਲਗਾਤਾਰ ਜਿਹੜਾ ਸਮੁੰਦਰ ਦੇ ਵਿੱਚ, ਦਰਿਆ ਦੇ ਵਿੱਚ ਉੱਡਦਾ ਹੈ, ਉਹ ਜ਼ਰ-ਜ਼ਰ ਹੋ ਜਾਂਦਾ, ਉਹਦੇ 'ਚ ਮੋਰੀਆਂ ਹੋ ਜਾਂਦੀਆਂ ਨੇ ਕਿ ਵੀ ਹੁਣ ਤੇ ਤੂੰ ਆਪਣੀ ਬਚਪਨ ਜਵਾਨੀ ਤੇ ਲੰਘਾ ਲਈ, ਹਾਲਤ ਤੇਰਾ ਇਹ ਹੈ ਵੀ ਕਬੀਰ ਬੇੜਾ ਜਰਜਰਾ ਫੂਟੇ 6000। ਔਰ ਬੇੜਾ ਡੁੱਬਦਾ ਕਿਵੇਂ ਹੈ ਕਿ ਜਦੋਂ ਉਹ ਜਰਜਰ ਹੁੰਦਾ ਉਹਦੇ 'ਚ ਫਿਰ ਮੋਰੀਆਂ ਹੋ ਜਾਂਦੀਆਂ, ਫਿਰ ਸਮੁੰਦਰ ਦਾ ਪਾਣੀ ਉਹਦੇ 'ਚ ਭਰਨਾ ਸ਼ੁਰੂ ਹੋ ਜਾਂਦਾ ਤੇ ਉਹ ਡੁੱਬਣਾ ਸ਼ੁਰੂ ਹੋ ਜਾਂਦਾ। ਉਹਨਾਂ ਨੇ ਕਿਹਾ ਵੀ ਫਿਰ ਉਸ ਦੇ ਵਿੱਚ ਵੀ ਜਿਹਨਾਂ ਨੂੰ ਮਾੜਾ ਮੋਟਾ ਤਰਨਾ ਆਉਂਦਾ ਹੈ ਔਰ ਜਿਹਨਾਂ ਦੇ ਕੋਲ ਭਾਰ ਨਹੀਂ ਹੁੰਦਾ, ਤੁਸੀਂ ਜਾਨ ਹੀ ਬਚਾਣੀ ਹੁੰਦੀ ਹੈ, ਜੇ ਤੁਸੀਂ ਭਾਰ ਚੁੱਕਿਆ ਹੋਇਆ ਉਹਦੇ ਉਹ ਲੈ ਕੇ ਕਰੋਗੇ ਫਿਰ ਤੂੰ ਨਾਲ ਹੀ ਡੁੱਬੋਗੇ ਉਹਦੇ। ਸੋ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਰ ਗਏ, ਕਿ ਜਿਹੜੇ ਹਲਕੇ ਹਲਕੇ ਨੇ, ਹਲਕਾ ਜਿਨ੍ਹਾਂ ਦਾ ਸਰੀਰ ਹੈ ਉਹ ਤਾਂ ਤਰ ਗਏ, ਔਰ ਡੂਬੇ ਜਿਨ ਸਿਰ ਭਾਰ, ਜਿਨ੍ਹਾਂ ਨੇ ਭਾਰ ਚੁੱਕਿਆ ਹੋਇਆ ਉਹ ਡੁੱਬ ਗਏ ਨੇ। ਹੁਣ ਇਹ ਤਾਂ ਦੁਨਿਆਵੀ ਉਦਾਹਰਣ ਹੈ ਸਮਝਾਉਣ ਲਈ। ਅਸਲੀ ਇਹ ਹੈ ਕਿ ਭਾਈ ਦੇਖੋ, ਜੇ ਗੁਨਾਹ ਦਾ ਭਾਰ ਤੁਸੀਂ ਇਸ ਸਰੀਰ ਦੇ ਉੱਤੇ ਲੱਦਿਆ ਹੋਇਆ, ਤੁਸੀਂ ਆਪਣੀ ਜ਼ਿੰਦਗੀ ਇਸ ਕਿਸਮ ਦੀ ਗੁਜ਼ਾਰੀ ਕਿ ਗੁਨਾਹ ਨੇ ਤੁਹਾਨੂੰ, ਤੁਹਾਡੇ ਵਜੂਦ ਉਹ ਤਾਂ ਜ਼ਰ-ਜ਼ਰ ਹੋ ਰਿਹਾ, ਜਾਣਾ ਤੁਸੀਂ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਪਰ ਜੇ ਤੁਸੀਂ ਉਸ ਸਾਰੇ ਚੋਂ ਹਰੂਏ ਹਰੂਏ, ਹਲਕਾ ਹਲਕਾ, ਜੇ ਤੁਸੀਂ, ਤੁਹਾਡੇ ਗੁਨਾਹ ਘੱਟ ਨੇ, ਰੱਬ ਦੀ ਯਾਦ ਦੇ ਨਾਲ ਤੁਸੀਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ, ਕਿ ਭਾਈ ਇਹ ਜਿਹੜਾ ਰੱਬ ਦੀ ਯਾਦ ਹੈ ਇਹ ਸਾਬਣ ਵੀ ਹੈ ਤੇ ਇਹ ਰੰਗ ਵੀ ਹੈ, ਇਹ ਉਹਨਾਂ ਨੂੰ ਧੋਂਦਾ ਵੀ ਹੈ ਔਰ ਰੱਬ ਦੀ ਯਾਦ ਹੈ, ਤੇ ਫਿਰ ਤੁਸੀਂ ਤਰ ਜਾਓਗੇ, ਨਿਕਲ ਜਾਓਗੇ, ਰੱਬ ਤੁਹਾਨੂੰ ਆਪਣੀ ਕੁਰਬਤ ਦੇ ਵਿੱਚ ਲੈ ਆਏਗਾ। ਨਹੀਂ ਤਾਂ ਜਿਨ੍ਹਾਂ ਦੇ ਸਿਰ ਤੇ ਭਾਰ ਹੈ ਗੁਨਾਹ ਦਾ, ਡੂਬੇ, ਉਹ ਫਿਰ ਅਲਟੀਮੇਟਲੀ ਡੁੱਬਣਗੇ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। SOS ਨੇ ਆਪਣੀ ਵਿਊਜ਼ ਕਰਨ ਲਈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦੋ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।